ਸੋ ਸਟੂਡੈਂਟਸ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਰੇਡੀਏਸ਼ਨ ਡਿਟੈਕਟਰਸ। ਰੇਡੀਏਸ਼ਨ ਦੀ ਇੰਟਰੈਕਸ਼ਨ ਜਿਹੜੀ ਆ ਉਹ ਅਸੀਂ ਲਾਸਟ ਯੂਨਿਟ ਦੇ ਵਿੱਚ ਜਿਹੜੀ ਆ ਉਹ ਪ੍ਰੋਪਰ ਪੜ੍ਹ ਚੁੱਕੇ ਹਾਂ ਕਿ ਅਲੱਗ-ਅਲੱਗ ਤਰ੍ਹਾਂ ਦੀ ਰੇਡੀਏਸ਼ਨਸ ਜਿਹੜੀ ਨੇ ਉਹ ਮੈਟਰ ਦੇ ਨਾਲ ਕਿਸ ਤਰੀਕੇ ਨਾਲ ਇੰਟਰੈਕਟ ਕਰਦੀ ਹੈ, ਕਿਸ ਤਰ੍ਹਾਂ ਆਇਨਾਈਜ਼ ਕਰਦੀ ਹੈ ਔਰ ਆਇਨਾਈਜੇਸ਼ਨ ਤੋਂ ਬਾਅਦ ਉਹ ਕਿੰਨੀ ਕੁ ਲੈਂਥ ਤੱਕ ਜਿਹੜਾ ਹੈ ਉਹ ਉਹਦੇ ਅੰਦਰ ਪੈਨੀਟਰੇਟ ਜਿਹੜਾ ਹੈ ਉਹ ਕਰ ਸਕਦੀ ਹੈ। ਉਸ ਚੀਜ਼ ਨੂੰ ਅਸੀਂ ਰੇਂਜ ਬੋਲਦੇ ਹਾਂ ਜਾਂ ਇਸ ਤਰ੍ਹਾਂ ਸਭ ਚੀਜ਼ਾਂ ਜਿਹੜੀਆਂ ਨੇ ਅਸੀਂ ਦੇਖ ਲਈਆਂ ਹੋਈਆਂ ਨੇ ਫਿਲਹਾਲ। ਅਤੇ ਹੁਣ ਅਸੀਂ ਦੇਖਦੇ ਹਾਂ ਰੇਡੀਏਸ਼ਨ ਨੂੰ ਅਸੀਂ ਡਿਟੈਕਟ ਜਿਹੜਾ ਹੈ ਉਹ ਕਿਸ ਤਰ੍ਹਾਂ ਕਰਨਾ ਹੈ, ਕਿਉਂਕਿ ਕੁਛ ਐਟਮਸ ਜਿਹੜੇ ਨੇ ਕਿ ਉਹ ਰੇਡੀਓ ਐਕਟਿਵ ਨੇ, ਜਿਹੜੇ ਕਿ ਡਿਕੇ ਕਰਦੇ ਹੈ। ਔਰ ਡਿਕੇ ਕਿਸ ਤਰ੍ਹਾਂ ਕਰਦੇ ਆ, ਜਾਂ ਤਾਂ ਅਲਫਾ ਪਾਰਟੀਕਲਸ ਦੀ ਇਮਿਸ਼ਨ ਹੁੰਦੀ ਹੈ ਜਾਂ ਬੀਟਾ ਪਾਰਟੀਕਲਸ ਦੀ ਇਮਿਸ਼ਨ ਹੁੰਦੀ ਹੈ। ਔਰ ਜਨਰਲੀ ਅਲਫਾ ਬੀਟਾ ਪਾਰਟੀਕਲਸ ਦੀ ਇਮਿਸ਼ਨ ਦੇ ਨਾਲ ਨਾਲ એનર્ਜੀ ਦੀ ਇਮਿਸ਼ਨ ਯਾਨੀ ਕਿ ਗਾਮਾ ਰੇਜ਼ ਜਿਹੜੀਆਂ ਨੇ, ਇਲੈਕਟ੍ਰੋਮੈਗਨੈਟਿਕ ਰੇਜ਼ ਜਿਹੜੀਆਂ ਨੇ ਉਹ ਵੀ ਜਿਹੜੀਆਂ ਨੇ ਉਹ ਸਾਡੇ ਕੋਲੋਂ ਇਮਿਟ ਹੁੰਦੀਆਂ ਨੇ। ਔਰ ਇਹਨਾਂ ਦੇ ਵਿੱਚ ਮਤਲਬ ਹੋਰ ਤਰ੍ਹਾਂ ਦੀ ਵੀ ਹੋਰ ਜਿਹੜੀ ਰੇਡੀਏਸ਼ਨਸ ਵੀ ਜਿਹੜੀਆਂ ਨੇ ਉਹ ਪ੍ਰੋਡਿਊਸ ਹੋ ਸਕਦੀਆਂ ਨੇ, ਬਟ ਮੇਨਲੀ ਜਿਹੜੀ ਅਲਫਾ ਬੀਟਾ ਔਰ ਗਾਮਾ ਰੇਜ਼ ਜਿਹੜੀਆਂ ਨੇ ਉਹ ਪ੍ਰੋਡਿਊਸ ਹੁੰਦੀਆਂ ਨੇ। ਔਰ ਪ੍ਰੋਟੋਨਸ ਜਿਹੜੇ ਨੇ ਉਹ ਕਾਫੀ ਚੀਜ਼ਾਂ ਵਿੱਚ ਜਿਹੜੇ ਨੇ ਇਮਿਟ ਹੁੰਦੇ ਨੇ। ਔਰ ਇਹਨਾਂ ਨੂੰ ਦੇਖਣ ਦੇ ਲਈ ਕਿ ਕਿੰਨੀ ਅਮਾਊਂਟ ਜਿਹੜੀ ਆ ਉਹ ਆ ਰਹੀ ਹੈ ਬਾਹਰ, ਜਾਂ ਫਿਰ ਕਿੰਨੇ ਡਿਟੈਕਟਰ ਜਿਹੜੇ ਆ ਉਹ ਲਗਾਏ ਜਾਂਦੇ ਨੇ ਇਹਦੇ ਵਾਸਤੇ। ਮੇਨਲੀ ਜਿਹੜੇ ਡਿਟੈਕਟਰਸ ਹੈ ਉਹਦੇ 3 ਗਰੁੱਪਸ ਨੇ। ਫਸਟ ਜਿਹੜਾ ਗਰੁੱਪ ਹੈ ਉਹ ਹੈਗਾ ਚਾਰਜ ਪਾਰਟੀਕਲਸ। ਚਾਰਜ ਪਾਰਟੀਕਲ ਜਿਹੜੇ ਨੇ ਉਹ ਡਿਫਰੈਂਟ ਤਰੀਕੇ ਨਾਲ ਕਿ ਇੰਟਰੈਕਟ ਕਰਦੇ ਨੇ। ਪ੍ਰੋਟੋਨਸ ਹੋ ਗਏ, ਅਲਫਾ ਪਾਰਟੀਕਲਸ ਹੋ ਗਏ, ਬੀਟਾ ਪਾਰਟੀਕਲਸ ਹੋ ਗਏ, ਜਾਂ ਫਿਰ ਅਨਚਾਰਜ ਪਾਰਟੀਕਲ ਯਾਨੀ ਕਿ ਤੁਸੀਂ ਕਹਿ ਲਓ ਵੀ ਜਿਨ੍ਹਾਂ ਦੇ ਉੱਪਰ 0 ਚਾਰਜ ਹੈ, ਯਾਨੀ ਕਿ ਨਿਊਟਰੋਨਸ ਹੋ ਗਏ, ਜਾਂ ਫਿਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਜਿਹੜੇ ਕਿ ਜਨਰਲੀ ਫੋਟੋਨਸ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਾਂ ਫਿਰ ਫੋਟੋਨਸ ਕਹਿ ਲਓ, ਅਤੇ ਜਿਹੜੇ ਕਿ ਐਕਸ ਰੇਜ਼ ਜਾਂ ਗਾਮਾ ਰੇਜ਼ ਜਿਹੜੇ ਨੇ ਉਹ ਹੈਗੇ ਨੇ। ਤੋ ਸਭ ਤੋਂ ਪਹਿਲੇ ਜਿਹੜੀ ਰਿਕੁਆਇਰਮੈਂਟ ਹੈ ਡਿਟੈਕਸ਼ਨ ਦੀ ਉਹ ਇਹ ਹੈਗੀ ਹੈ ਡਿਸੀਪੇਸ਼ਨ ਆਫ ਐਨਰਜੀ। ਡਿਸੀਪੇਸ਼ਨ ਆਫ ਐਨਰਜੀ ਜਿਹੜੀ ਆ ਉਹ ਹੁੰਦੀ ਹੈ, ਔਰ ਜਿਹੜੀ ਡਿਸੀਪੇਸ਼ਨ ਹੈ ਉਹ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ, ਵੈਦਰ ਇਟ ਇਜ਼ ਬਾਏ ਆਇਨਾਈਜੇਸ਼ਨ ਆਫ ਐਟਮਸ। ਠੀਕ ਹੈ, ਇਹ ਤੁਸੀਂ ਅੱਗੇ ਪੜ੍ਹੋਗੇ, ਆਇਨਾਈਜੇਸ਼ਨ ਚੈਂਬਰ, ਗੀਗਰ ਕਾਊਂਟਰ ਤੁਸੀਂ ਪੜ੍ਹੋਗੇ, ਕਲਾਊਡ ਚੈਂਬਰ, ਇਹ ਸਭ ਚੀਜ਼ਾਂ ਪੜ੍ਹੋਗੇ। ਜਾਂ ਫਿਰ ਐਕਸਾਈਟੇਸ਼ਨ ਜਿਹੜੀ ਹੈ ਉਹ ਹੋ ਸਕਦੀ ਹੈ ਵਿਦਾਊਟ ਦਾ ਐਕਚੁਅਲ ਰਿਮੂਵਲ ਆਫ ਆਰਬਿਟਲ ਇਲੈਕਟ੍ਰੋਨ, ਜਿਵੇਂ ਕਿ ਸਿੰਟੀਲੇਸ਼ਨ ਕਾਊਂਟਰ ਤੁਸੀਂ ਅੱਗੇ ਦੇਖੋਗੇ। ਤੋ ਮਤਲਬ ਜਿਹੜੀ એનર્ਜੀ ਡਿਸੀਪੇਸ਼ਨ ਕਹਿ ਲਓ ਵੀ ਉਹਨੇ ਕਰਨੀ ਹੈ, ਜਾਂ ਤਾਂ ਆਇਨਾਈਜ਼ ਕਰਨੇ ਨੇ ਐਟਮਸ ਡਿਟੈਕਟਰ ਦੇ ਵਿੱਚ, ਠੀਕ ਹੈ, ਅਤੇ ਜਾਂ ਫਿਰ ਜਿਹੜੇ ਨੇ ਉਹਨੇ ਐਕਸਾਈਟ ਜਿਹੜੇ ਨੇ ਉਹ ਕਰਨੇ ਨੇ। ਤੋ ਇਸ ਤਰੀਕੇ ਦੇ ਨਾਲ ਜਿਹੜੇ ਨੇ ਉਹ ਅਸੀਂ ਇਹਨਾਂ ਨੂੰ ਦੇਖਾਂਗੇ। ਡਿਟੈਕਟਰਸ ਜਿਹੜੇ ਨੇ ਉਹਨਾਂ ਦੀ ਜਿਹੜੇ ਪ੍ਰੋਪਰਟੀਜ਼ ਆ ਅਲੱਗ-ਅਲੱਗ ਅਸੀਂ ਦੇਖਾਂਗੇ। ਸਿਰਫ ਜਿਹੜੇ ਚਾਰਜ ਪਾਰਟੀਕਲਸ ਨੇ ਹੈ ਨਾ, ਸਿਰਫ ਉਹੀ ਜਿਹੜੇ ਨੇ ਉਹ ਕਰਦੇ ਨੇ ਇਹ ਦੋ ਪ੍ਰੋਸੈਸਿਸ ਨੂੰ। ਜਿਹੜੇ ਅਨਚਾਰਜ ਪਾਰਟੀਕਲ ਨੇ ਦੇ ਡੂ ਨਾਟ ਦੈਮਸੈਲਫ ਪ੍ਰੋਡਿਊਸ ਆਇਨਾਈਜੇਸ਼ਨ ਔਰ ਐਕਸਾਈਟੇਸ਼ਨ। ਤੋ ਉਹਨਾਂ ਦੇ ਲਈ ਸਾਨੂੰ ਹੋਰ ਜਿਹੜੇ ਤਰੀਕੇ ਨੇ ਉਹ ਅਪਣਾਉਣੇ ਪੈਣਗੇ। ਤੋ ਇਹਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਉਹ ਤੁਹਾਡਾ ਆਉਂਦਾ ਹੈ ਗੈਸ ਫਿਲਡ ਡਿਟੈਕਟਰ। ਦਿਸ ਇਜ਼ ਦ ਮੋਸਟ ਵਾਈਡਲੀ ਯੂਜ਼ਡ ਡਿਟੈਕਟਰ। ਤੋ ਜਨਰਲੀ ਜਿਹੜੇ ਵੀ ਡਿਟੈਕਟਰਸ ਨੇ ਸਾਰਿਆਂ ਦੇ ਵਿੱਚ ਗੈਸ ਜਿਹੜੀ ਹੈ ਉਹ ਫਿਲਡ ਹੁੰਦੀ ਹੈ। ਤੋ ਉਹਦੇ ਲਈ ਜਿਹੜੇ ਹੈ ਉਹ ਗੈਸ ਫਿਲਡ ਡਿਟੈਕਟਰਸ ਬੇਸਿਕਲੀ ਤੁਹਾਡੇ ਬਹੁਤ ਸਾਰੇ ਨੇ। ਆਇਨਾਈਜੇਸ਼ਨ ਚੈਂਬਰ, ਪ੍ਰੋਪੋਰਸ਼ਨਲ ਕਾਊਂਟਰ, ਗੀਗਰ ਮੁਲਰ ਕਾਊਂਟਰ, ਇਹ ਸਾਰੇ ਜਿਹੜੇ ਨੇ ਗੈਸ ਫਿਲਡ ਡਿਟੈਕਟਰਸ ਦੇ ਹੀ ਟਾਈਪਸ ਨੇ। ਤੋ ਇਹਨਾਂ ਨੂੰ ਅਸੀਂ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਵਾ ਉਹ ਦੇਖਣਾ ਹੈ। ਜਦੋਂ ਵੀ ਕੋਈ ਵੀ ਚਾਰਜ ਪਾਰਟੀਕਲ ਗੈਸ ਦੇ ਥਰੂ ਪਾਸ ਕਰਦਾ ਹੈ, ਉਹ ਕੀ ਸਫਰ ਕਰਦਾ ਇਨਇਲਾਸਟਿਕ ਕੋਲੀਜਨਸ। ਇਨਇਲਾਸਟਿਕ ਕੋਲੀਜਨਸ ਜਿਨ੍ਹਾਂ ਦੇ ਵਿੱਚ ਕਾਈਨੈਟਿਕ ਐਨਰਜੀ ਐਕਸਚੇਂਜ ਹੁੰਦੀ ਹੈ ਨਾ ਐਟਮਸ ਔਰ ਮੋਲੀਕਿਊਲਸ ਦੇ ਨਾਲ। ਤੋ ਜਦੋਂ ਇਹ ਆਇਨਸ ਨੂੰ ਅਸੀਂ ਇਲੈਕਟ੍ਰਿਕ ਫੀਲਡ ਦੇ ਵਿੱਚ ਡ੍ਰਿਫਟ ਕਰਾ ਰਹੇ ਹਾਂ, ਠੀਕ ਹੈ, ਅਸੀਂ ਦੇਖ ਸਕਦੇ ਹਾਂ ਵੀ ਅਸੀਂ ਕਿੰਨਾ ਪੋਟੈਂਸ਼ੀਅਲ ਜਿਹੜਾ ਵਾ ਉਹ ਉਹਦੇ ਉੱਪਰ ਲਗਾਇਆ ਹੈ ਨਾ। ਅਗਰ ਇਲੈਕਟ੍ਰਿਕ ਫੀਲਡ ਸਟਰੋਂਗ ਹੈ ਨਾ, ਤਾਂ ਫਿਰ ਕੀ ਹੋਏਗਾ, ਜ਼ਿਆਦਾ ਕਾਈਨੈਟਿਕ ਐਨਰਜੀ ਦੇ ਨਾਲ ਉਹ ਮੂਵ ਕਰੇਗਾ। ਤਾਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਸਾਨੂੰ ਇੱਕ ਐਵਲੈਂਚ ਇਫੈਕਟ ਜਾਂ ਫਿਰ ਗੈਸ ਮਲਟੀਪਲੀਕੇਸ਼ਨ ਇਫੈਕਟ ਜਿਹਨੂੰ ਅਸੀਂ ਬੋਲਦੇ ਹਾਂ ਉਹ ਸਾਨੂੰ ਮਿਲੇਗਾ ਕਿ ਜ਼ਿਆਦਾ ਤੋਂ ਜ਼ਿਆਦਾ ਨੰਬਰ ਆਫ ਜਿਹੜੀਆਂ ਵਾ ਉਹ ਕੋਲੀਸ਼ਨਸ ਜਿਹੜੀਆਂ ਨੇ ਸਾਡੇ ਕੋਲ ਮਿਲਣਗੀਆਂ। ਜਿੰਨਾ ਜ਼ਿਆਦਾ ਅਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰੀ ਜਾਵਾਂਗੇ ਉਨੀਆਂ ਜ਼ਿਆਦਾ ਜਿਹੜਾ ਹੈ ਉਹ ਸਾਨੂੰ ਉਹ ਜਿਹੜੇ ਇਨਇਲਾਸਟਿਕ ਕੋਲੀਸ਼ਨਸ ਜਾਂ ਫਿਰ ਦੇ ਚਾਂਸਿਸ ਜਿਹੜੇ ਨੇ ਉਹ ਜ਼ਿਆਦਾ ਨੇ। ਤੋ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਕਾਫੀ ਸਾਰੇ ਚੇਂਜਸ ਜਿਹੜੇ ਨੇ ਉਹ ਅਸੀਂ ਰਿਕਾਰਡ ਜਿਹੜੇ ਉਹ ਕਰ ਸਕਦੇ ਹਾਂ। ਤੋ ਇਹਦੇ ਵਿੱਚ ਅਸੀਂ ਪੜ੍ਹਦੇ ਹਾਂ ਕੰਸਟਰਕਸ਼ਨ ਜਿਹੜੀ ਆ ਉਹ ਸਭ ਤੋਂ ਪਹਿਲੇ ਅਸੀਂ ਦੇਖਦੇ ਹਾਂ। ਸੋ ਕੰਸਟਰਕਸ਼ਨਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਇੱਕ ਜਿਹੜੀ ਆ ਇਹ ਥਿਨ ਜਿਹੜੀ ਆ ਵਾਇਰ ਜਿਹੜੀ ਆ ਉਹ ਸਾਡੇ ਕੋਲ ਹੁੰਦੀ ਆ, ਠੀਕ ਹੈ, ਜਿਹੜੀ ਕਿ ਸਾਡੀ ਬਾਹਰ ਵਾਲੀ ਜਿਹੜੀ ਬਾਉਂਡਰੀ ਆ ਉਹਦੇ ਨਾਲੋਂ ਜਿਹੜੀ ਆ ਉਹ ਅਲੱਗ ਹੈਗੀ ਹੈ।
तो एक ਜਿਹੜਾ ਸਿਲੰਡਰੀਕਲ ਜਿਹੜਾ ਵਾ ਇਹਦੇ ਬਾਹਰ ਇਹਦੇ ਵਿੱਚ ਇੱਕ ਸਿਲੰਡਰੀਕਲ ਜਿਹੜਾ ਇਸ ਤਰੀਕੇ ਨਾਲ ਤੁਹਾਡਾ ਲੱਗਿਆ ਹੋਇਆ ਵਾ, ਕਹਿ ਲਓ ਵੀ ਇੱਕ ਮੈਟਲ ਦਾ ਹੈਗਾ ਹੈ, ਉਹ ਜਿਹੜਾ ਉਹ ਐਜ਼ ਅ ਕੈਥੋਡ ਐਕਟ ਕਰਦਾ ਹੈ। ਜਿਹੜੀ ਵਾਇਰ ਹੈਗੀ ਉਹ ਤੁਹਾਡੀ ਐਜ਼ ਅ ਐਨੋਡ ਐਕਟ ਕਰਦੀ ਹੈ। ਐਨੋਡ ਔਰ ਕੈਥੋਡ ਦਾ ਆਪਸ ਦੇ ਵਿੱਚ ਜਿਹੜੇ ਆ ਦੇ ਆਰ ਨਾਟ ਕਨੈਕਟਿਡ, ਓਬਵੀਅਸਲੀ ਦੇ ਆਰ ਨਾਟ ਕਨੈਕਟਿਡ। ਤੋ ਇਹਦੇ ਵਿੱਚ ਜਿਹੜੇ ਇਨ ਬਿਟਵੀਨ ਜਿਹੜੀ ਆ ਉਹ ਇੱਥੇ ਸਾਡੇ ਕੋਲ ਜਿਹੜੀ ਆ ਉਹ ਗੈਸ ਹੁੰਦੀ ਹੈ ਸਾਡੇ ਕੋਲ। ਤੋ ਜਿਵੇਂ ਹੀ ਅਸੀਂ ਕੋਈ ਗਾਮਾ ਰੇਡੀਏਸ਼ਨਸ ਜਾਂ ਕੋਈ ਵੀ ਜਿਹੜੀ ਕਹਿ ਲਓ ਅਸੀਂ ਜਿਹੜੇ ਜਦੋਂ ਇਹਦੇ ਉੱਪਰ ਇੰਪਿੰਜ ਕਰਦੇ ਹਾਂ, ਇਹਦੇ ਉੱਪਰ ਪਾਉਂਦੇ ਹਾਂ, ਤਾਂ ਕੀ ਹੁੰਦਾ ਹੈ ਕਿ ਜਿਹੜੀ ਇਹਦੀ ਗੈਸ ਹੈ ਉਹਦੇ ਵਿੱਚ ਜਿਹੜੀ ਹੈ ਉਹ ਆਇਨਾਈਜੇਸ਼ਨ ਜਿਹੜੀ ਆ ਉਹ ਪ੍ਰੋਡਿਊਸ ਹੋ ਜਾਂਦੀ ਹੈ। ਉਹਦੇ ਕਾਰਨ ਕੀ ਹੁੰਦਾ ਹੈ ਕਿ ਨੈਗੇਟਿਵ ਜਿਹੜੇ ਇਲੈਕਟ੍ਰੋਨਸ ਔਰ ਜਿਹੜੇ ਆਇਨਸ ਨੇ ਉਹ ਇਸ ਤਰੀਕੇ ਨਾਲ ਜਿਹੜੇ ਆ ਪ੍ਰੋਡਿਊਸ ਹੋ ਜਾਂਦੇ। ਇਲੈਕਟ੍ਰੋਨਸ ਜਿਹੜੇ ਨੇ ਉਹ ਓਬਵੀਅਸਲੀ ਪੋਜ਼ੀਟਿਵ ਪੋਟੈਂਸ਼ੀਅਲ ਯਾਨੀ ਕਿ ਐਨੋਡ ਦੀ ਤਰਫ ਜਿਹੜੇ ਆ ਉਹ ਜਾਣਗੇ। ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਹੈ ਇਹ ਇੱਥੇ ਸਾਡਾ ਪੋਜ਼ੀਟਿਵ ਨਾਲ ਕਨੈਕਟਿਡ ਹੈ, ਜਦੋਂ ਕਿ ਜਿਹੜੀ ਬਾਹਰ ਵਾਲੀ ਚੀਜ਼ ਜਿਹੜੀ ਹੈਗੀ ਹੈ ਇਹ ਸਾਡੀ ਕੈਥੋਡ ਯਾਨੀ ਕਿ ਨੈਗੇਟਿਵ ਦੇ ਨਾਲ ਜਿਹੜੀ ਆ ਕਨੈਕਟਿਡ ਹੈ। ਤਾਂ ਉਹਦੀ ਤਰਫ ਜਿਹੜੇ ਨੇ ਉਹ ਪੋਜ਼ੀਟਿਵ ਆਇਨਸ ਜਿਹੜੇ ਨੇ ਉਹ ਮੂਵ ਕਰਦੇ ਨੇ, ਐਨੋਡ ਦੀ ਤਰਫ ਜਿਹੜੇ ਨੇ ਉਹ ਨੈਗੇਟਿਵ ਇਲੈਕਟ੍ਰੋਨਸ ਜਿਹੜੇ ਨੇ ਉਹ ਮੂਵ ਕਰਨਾ ਸ਼ੁਰੂ ਕਰਦੇ ਨੇ। ਤੋ ਇਸ ਤਰੀਕੇ ਦੇ ਨਾਲ ਇੱਕ ਜਿਹੜਾ ਸਿਗਨਲ ਹੈ ਉਹ ਡਿਵੈਲਪ ਹੁੰਦਾ ਹੈ ਅਕਰੋਸ ਦਿਸ ਆਰ, ਠੀਕ ਹੈ। ਤੋ ਉਹਦੇ ਤੋਂ ਹੀ ਜਿਹੜਾ ਹੈ ਉਹ ਸਾਨੂੰ ਪਤਾ ਚੱਲ ਜਾਂਦਾ ਹੈ ਵੀ ਜਿਹੜੀ ਨਿਊਕਲੀਅਰ ਰੇਡੀਏਸ਼ਨ ਹੈ ਉਹ ਐਂਟਰ ਹੋਈ ਹੈ ਜਾਂ ਨਹੀਂ ਹੋਈ। ਔਰ ਜਿਹੜੀ ਵੀ ਕਿਉਂਕਿ ਜਿੰਨੀ ਜ਼ਿਆਦਾ ਅਗਰ ਆਇਨਾਈਜੇਸ਼ਨ ਹੋਏਗੀ ਉਨੀ ਜ਼ਿਆਦਾ ਜਿਹੜਾ ਵਾ ਆਰ ਦੇ ਅਕਰੋਸ ਜਿਹੜਾ ਵਾ ਵੋਲਟੇਜ ਜਿਹੜੀ ਆ ਉਹ ਸਾਨੂੰ ਮਿਲੇਗੀ, ਯਾਨੀ ਕਿ ਉਨੀ ਜ਼ਿਆਦਾ ਪਲਸ ਸਿਗਨਲ ਜਿਹੜਾ ਤੁਹਾਨੂੰ ਮਿਲੇਗਾ ਉਹਦੀ ਹਾਈਟ ਹੋਏਗੀ। ਤੋ ਇਸ ਤਰੀਕੇ ਦੇ ਨਾਲ ਇਹ ਮਤਲਬ ਜਿੰਨੇ ਨੰਬਰ ਆਫ ਆਇਨਸ ਨੇ ਜਾਂ ਡਿਟੈਕਸ਼ਨ ਹੈਗੀ ਆ ਇਹ ਦੋ ਚੀਜ਼ਾਂ ਦੇ ਉੱਪਰ ਡਿਪੈਂਡ ਕਰਦੀ ਹੈ। ਸਭ ਤੋਂ ਪਹਿਲੀ ਚੀਜ਼ ਇਹ ਹੈਗੀ ਆ ਵੀ ਇਹਦੇ ਉੱਪਰ ਐਕਸਟਰਨਲ ਵੋਲਟੇਜ ਜਿਹੜੀ ਆ ਤੁਸੀਂ ਕਿੰਨੀ ਅਪਲਾਈ ਕੀਤੀ ਹੈ। ਜਿੰਨੀ ਜ਼ਿਆਦਾ ਤੁਸੀਂ ਵੋਲਟੇਜ ਅਪਲਾਈ ਕਰੋਗੇ ਉਨੀ ਫਾਸਟ ਜਿਹੜੇ ਨੇ ਉਹ ਮੂਵ ਕਰਨਗੇ ਸਾਡੇ ਕੋਲ ਇਲੈਕਟ੍ਰੋਨ ਜਾਂ ਔਰ ਜਿਹੜੇ ਸਾਡੇ ਕੋਲ ਆਇਨਸ ਨੇ ਉਹ ਮੂਵ ਕਰਨਗੇ, ਔਰ ਉਹਨਾਂ ਦੇ ਜਿੰਨਾ ਜ਼ਿਆਦਾ ਉਹ ਮੂਵ ਕਰਨਗੇ ਉਹਦੇ ਅਕੋਰਡਿੰਗ ਜਿਹੜਾ ਆਰ ਹੈ ਉਹ ਜਿਹੜਾ ਆਏਗਾ। ਔਰ ਦੂਜੀ ਚੀਜ਼ ਜਿਹੜੀ ਆ ਉਹ ਕਿਤੇ ਡਿਪੈਂਡ ਕਰਦੀ ਹੈ ਕਿ ਸਾਡੇ ਕੋਲ ਜਿਹੜੇ ਪਾਰਟੀਕਲਸ ਨੇ, ਯਾਨੀ ਕਿ ਜਿਹੜਾ ਆਇਨਾਈਜ਼ਿੰਗ ਈਵੈਂਟ ਹੈਗਾ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਸ਼ੁਰੂ ਹੋਇਆ ਵਾ, ਵੈਦਰ ਇਟ ਇਜ਼ ਅਲਫਾ ਪਾਰਟੀਕਲ ਔਰ ਇਟ ਇਜ਼ ਬੀਟਾ ਪਾਰਟੀਕਲ ਔਰ ਇਟ ਇਜ਼ ਐਨੀ ਅਦਰ ਰੇਡੀਏਸ਼ਨ। ਤਾਂ ਉਹਦੇ ਉੱਪਰ ਕਿਉਂਕਿ ਉਹਦੇ ਉੱਪਰ ਆਇਨਾਈਜੇਸ਼ਨ ਡਿਪੈਂਡ ਕਰ ਰਹੀ ਹੈ ਔਰ ਆਇਨਾਈਜੇਸ਼ਨ ਦੇ ਉੱਪਰ ਪਲਸ ਡਿਪੈਂਡ ਕਰ ਰਹੀ ਹੈ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਸਾਡੀ ਇਹ ਆਰ ਦੇ ਅਕਰੋਸ ਜਿਹੜੀ ਵੋਲਟੇਜ ਆ ਇਹ ਦੋ ਤਰੀਕੇ ਦੇ ਨਾਲ ਜਿਹੜਾ ਵਾ ਉਹ ਡਿਪੈਂਡ ਕਰਦੀ ਹੈ। ਹੁਣ ਜਿਹੜਾ ਹੈ ਇੱਥੇ ਤੁਸੀਂ ਨੈਕਸਟ ਗ੍ਰਾਫ ਦੇਖ ਸਕਦੇ ਹੋ ਜਿਹੜਾ ਕਿ ਅਪਲਾਈਡ ਵੋਲਟੇਜ ਟੂ ਨੰਬਰ ਆਫ ਆਇਨਸ ਕਲੈਕਟਿਡ ਹੈ, ਉਹਦੇ 'ਤੇ ਉੱਪਰ ਹੈਗਾ ਹੈ ਸਾਡਾ ਗ੍ਰਾਫ। ਇਹ ਜਿਹੜੀ ਆ ਇਹ ਵੇਰੀਏਸ਼ਨ ਜਿਹੜੀ ਹੈ ਉਹ ਤੁਹਾਡੀ ਇੱਥੇ ਜਿਹੜੀ ਹੈ ਉਹ ਸ਼ੋ ਕੀਤੀ ਹੋਈ ਹੈ। ਹੁਣ ਇਹਦੇ ਵਿੱਚ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਵੀ ਕੁਝ ਰੀਜਨਸ ਦੇ ਵਿੱਚ ਜਿਹੜਾ ਵਾ ਇਸ ਚੀਜ਼ ਨੂੰ ਜਿਹੜਾ ਵਾ ਉਹ ਡਿਵਾਈਡ ਕੀਤਾ ਹੋਇਆ ਵਾ। ਦ ਫਸਟ ਰੀਜਨ ਇਜ਼ ਕਾਲਡ ਦ ਰੀਕੋਂਬੀਨੇਸ਼ਨ ਰੀਜਨ, second is the ionization chamber, third is the proportional region, fourth is the region of limited proportionality, or fifth is the Geiger-Müller region, and ਜਿਹੜਾ ਸਿਕਸਥ ਹੈ ਤੁਹਾਡਾ ਉਹ ਕੰਟੀਨਿਊਸ ਡਿਸਚਾਰਜ ਰੀਜਨ ਹੈ ਕਿ ਬਹੁਤ ਜ਼ਿਆਦਾ ਜਿਹੜਾ ਵਾ ਉਹ ਡਿਸਚਾਰਜ ਹੋ ਰਿਹਾ ਇਹਦੇ ਵਿੱਚ। ਤੋ ਸਭ ਤੋਂ ਪਹਿਲੇ ਤੇ ਅਪਲਾਈਡ ਜਿਹੜਾ ਫਸਟ ਰੀਜਨ ਹੈ ਸਾਡਾ ਰੀਕੋਂਬੀਨੇਸ਼ਨ ਰੀਜਨ, ਇਹਦੇ ਵਿੱਚ ਜਿਹੜੀ ਅਪਲਾਈਡ ਵੋਲਟੇਜ ਹੈ ਉਹ ਇੰਨੀ ਜ਼ਿਆਦਾ ਸਮੋਲ ਹੁੰਦੀ ਹੈ ਕਿ ਜਿਹੜਾ ਇਲੈਕਟ੍ਰਿਕ ਫੀਲਡ ਆ ਉਹ ਸਫੀਸ਼ੀਐਂਟ ਹੀ ਨਹੀਂ ਹੈਗਾ ਆਇਨਸ ਨੂੰ ਰਿਮੂਵ ਕਰਨ 'ਚ। ਆਇਨਸ ਨੂੰ ਰਿਮੂਵ ਕਰਨ 'ਚ ਜਾਂ ਕਹਿ ਲਓ ਵੀ ਕਲੈਕਟ ਕਰਨ 'ਚ, ਰਿਮੂਵ ਉਹਨੇ ਇੱਥੋਂ ਕਰਨਾ ਹੈ, ਕਲੈਕਟ ਉਹਨੇ ਆਪਣੀ ਤਰਫ ਕਰਨੇ ਨੇ ਨਾ। ਤਾਂ ਉਹ ਜਿਹੜੇ ਨੇ ਉਹ ਆਪਣੀ ਤਰਫ ਆਉਣ ਵਾਸਤੇ ਉਹ ਕੈਪੇਬਲ ਹੀ ਨਹੀਂ ਹੈਗਾ। ਤਾਂ ਕੀ ਹੁੰਦਾ ਹੈ ਜਿੰਨੇ ਟਾਈਮ 'ਚ ਉਹਨਾਂ ਨੇ ਆਉਣਾ ਉਹ ਤੋਂ ਪਹਿਲੇ ਹੀ ਉਹ ਜਿਹੜੇ ਨੇ ਇਲੈਕਟ੍ਰੋਨਸ ਦੇ ਨਾਲ ਜਿਹੜੇ ਨੇ ਮਿਲ ਕੇ ਰੀਕੰਬਾਈਨ ਕਰ ਜਾਂਦੇ ਨੇ। ਇਸ ਲਈ ਇਸ ਰੀਜਨ ਨੂੰ ਜਿਹੜਾ ਵਾ ਅਸੀਂ ਬੋਲਦੇ ਹਾਂ ਰੀਕੋਂਬੀਨੇਸ਼ਨ ਰੀਜਨ। ਜਿਵੇਂ ਜਿਵੇਂ ਅਸੀਂ ਅਪਲਾਈਡ ਵੋਲਟੇਜ ਇਨਕਰੀਜ਼ ਕਰੀ ਜਾਂਦੇ ਹਾਂ ਤਿਵੇਂ ਤਿਵੇਂ ਜਿਹੜੇ ਆਇਨਸ ਨੇ ਉਹ ਜ਼ਿਆਦਾ ਇਲੈਕਟ੍ਰੋਡਸ ਦੀ ਤਰਫ ਜਿਹੜਾ ਵਾ ਉਹ ਮੂਵ ਕਰਦੇ ਨੇ। ਇਸ ਲਈ ਜਿਹੜਾ ਰੇਟ ਆਫ ਰੀਕੋਂਬੀਨੇਸ਼ਨ ਜਿਹੜਾ ਹੈ ਉਹ ਸਾਡਾ ਉਹ ਘੱਟ ਜਾਂਦਾ ਹੈ। ਤਾਂ ਤੁਸੀਂ ਇੱਥੇ ਦੇਖੋਗੇ ਵੀ ਇੱਥੇ ਜਿਹੜੀ ਹੈ ਰੀਕੋਂਬੀਨੇਸ਼ਨ ਇਸ ਜਗ੍ਹਾ 'ਤੇ ਜ਼ਿਆਦਾ ਹੋਏਗੀ, ਇੱਥੇ ਜਗ੍ਹਾ 'ਤੇ ਸਾਡੀ ਰੀਕੋਂਬੀਨੇਸ਼ਨ ਘੱਟ ਹੋ ਜਾਂਦੀ ਹੈ। ਅੱਗੇ ਚਲਦੇ ਸਾਡੇ ਕੋਲ ਜਿਹੜਾ ਰੀਜਨ 2 ਹੈ ਜਿਹਨੂੰ ਕਿ ਅਸੀਂ ਆਇਨਾਈਜੇਸ਼ਨ ਚੈਂਬਰ ਬੋਲਦੇ ਹਾਂ ਇਹ ਆ ਜਾਂਦਾ ਹੈ। ਹੁਣ ਇਹਦੇ ਵਿੱਚ ਜਿਹੜੀ ਵੋਲਟੇਜ ਹੈ ਇਹ ਸਫੀਸ਼ੀਐਂਟ ਹੈਗੀ ਹੈ ਨਾ ਕਿ ਉਹ ਰਿਸਪੈਕਟਿਵ ਇਲੈਕਟ੍ਰੋਡਸ ਦੀ ਤਰਫ ਜਿਹੜੇ ਆਇਨਸ ਨੇ ਉਹ ਮੂਵ ਕਰਦੇ ਨੇ ਔਰ ਰੀਕੋਂਬੀਨੇਸ਼ਨ ਜਿਹੜੀਆਂ ਵਾ ਉਹ ਨਿਗਲੀਜੀਬਲ ਹੁੰਦੀਆਂ ਨੇ। ਔਰ ਜਿਹੜੀ ਪਲਸ ਹਾਈਟ ਹੈਗੀ ਹੈ ਨਾ ਇਹ ਇੰਡੀਪੈਂਡੈਂਟ ਹੈਗੀ ਆ ਅਪਲਾਈਡ ਵੋਲਟੇਜ ਨੂੰ। ਔਰ ਇਸ ਲਈ ਜਿਹੜਾ ਵਾ ਇਹਨੂੰ ਅਸੀਂ ਆਇਨਾਈਜੇਸ਼ਨ ਚੈਂਬਰ ਰੀਜਨ ਬੋਲਦੇ ਹਾਂ ਕਿਉਂਕਿ ਇਹਦੇ ਵਿੱਚ ਅਪਲਾਈਡ ਵੋਲਟੇਜ ਦੇ ਨਾਲ ਜਿਹੜੀ ਪਲਸ ਹਾਈਟ ਜਿਹੜੀ ਆ ਉਹ ਡਿਪੈਂਡੈਂਟ ਨਹੀਂ ਹੁੰਦੀ।
ਸੋ ਨੈਕਸਟ ਵੀ ਹੈਵ ਥਰਡ ਰੀਜਨ, ਦਿਸ ਰੀਜਨ ਇਜ਼ ਦਾ ਪ੍ਰਪੋਰਸ਼ਨਲ ਰੀਜਨ। ਹੁਣ ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਗੈਸ ਮਲਟੀਪਲੀਕੇਸ਼ਨ ਫਿਨੋਮੀਨਾ ਜਿਹੜਾ ਉਹ ਹੁੰਦਾ। ਤਾਂ ਅਪਲਾਈਡ ਵੋਲਟੇਜ ਇੱਦਾਂ ਦੀ ਵੋਲਟੇਜ ਇਸ ਤਰ੍ਹਾਂ ਹੁੰਦਾ ਹੈ ਕਿ ਇੰਨੀ ਜ਼ਿਆਦਾ ਵੋਲਟੇਜ ਹੁੰਦੀ ਹੈ ਕਿ ਉਹ ਪੋਜ਼ੀਟਿਵ ਔਰ ਨੈਗੇਟਿਵ ਜਿਹੜੇ ਸਾਡੇ ਕੋਲ ਚਾਰਜਸ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ ਨੂੰ ਖੁਦ ਕਾਈਨੈਟਿਕ એનર્ਜੀ ਕਹਿ ਲਓ ਉਹ ਪ੍ਰੋਵਾਈਡ ਕਰ ਦਿੰਦੀ ਹੈ ਕਿ ਉਹ ਚਲਦੇ ਹੈ ਨਾ। ਇੱਕ ਵਾਰ ਤਾਂ ਜਿਹੜਾ ਕੋਈ ਆਇਆ, ਜਿਵੇਂ ਹੁਣ ਸਪੋਜ਼ ਗਾਮਾ ਰੇਜ਼ ਇਹਦੇ ਅੰਦਰ ਇੰਟਰੋਡਿਊਸ ਹੋਈਆਂ ਤਾਂ ਇਹ ਆਇਨਾਈਜੇਸ਼ਨ ਜਿਹੜੀ ਹੋ ਗਈ ਹੈ। ਬਟ ਹੁਣ ਸਪੋਜ਼ ਇਹ ਜਿਹੜੇ ਆਇਨਸ ਨੇ ਇਹ ਫਰਦਰ ਜਦੋਂ ਮੂਵ ਕਰਨਗੇ ਉਹ ਇੰਨੀ ਜ਼ਿਆਦਾ ਕਾਈਨੈਟਿਕ એનર્ਜੀ ਨਾਲ ਮੂਵ ਕਰਨਗੇ ਕਿ ਇਹਨਾਂ ਨੇ ਜਿਸ ਗੈਸ ਦੇ ਥਰੂ ਪਾਸ ਹੋਣਾ ਉਸੇ ਗੈਸ ਨੂੰ ਹੋਰ ਆਇਨਾਈਜ਼ ਕਰੀ ਜਾਣਾ, ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਮਲਟੀਪਲੀਕੇਸ਼ਨ ਜਿਹੜੀ ਹੈ ਫਿਨੋਮੀਨਾ ਜਿਹੜਾ ਹੈ ਉਹ ਚੱਲ ਪੈਂਦਾ ਹੈ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਕਿ ਇਲੈਕਟ੍ਰੋਨਸ ਜਿਹੜੇ ਨੇ ਫਰਦਰ ਸੈਕੰਡਰੀ ਆਇਨਾਈਜੇਸ਼ਨ ਕਰ ਦਿੰਦੇ ਆ, ਕਿਉਂਕਿ ਉਹ ਗੈਸ ਮੋਲੀਕਿਊਲਸ ਦੇ ਨਾਲ ਕੋਲਾਈਡ ਹੋ ਕੇ ਫਰਦਰ ਜਿਹੜੇ ਨੇ ਉਹ ਸੈਕੰਡਰੀ ਆਇਨਾਈਜੇਸ਼ਨ ਜਿਹੜੀ ਹੈ ਇਹ ਪ੍ਰੋਡਿਊਸ ਕਰ ਦਿੰਦੇ ਨੇ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਇਹ ਵਾਲਾ ਰੀਜਨ ਹੈ ਇਹਨੂੰ ਅਸੀਂ ਪ੍ਰਪੋਰਸ਼ਨਲ ਰੀਜਨ ਬੋਲਦੇ ਹਾਂ ਵੀ ਜਿੰਨੀ ਜ਼ਿਆਦਾ ਅਪਲਾਈਡ ਵੋਲਟੇਜ ਹੋਏਗੀ ਉਨੀ ਹੀ ਜ਼ਿਆਦਾ ਜਿਹੜੀ ਹੈ ਉਹ ਆਇਨਾਈਜੇਸ਼ਨ ਜਿਹੜੀ ਹੈ ਉਹ ਹੋਈ ਜਾਏਗੀ। ਤਾਂ ਇਸ ਤਰ੍ਹਾਂ ਦੇ ਨਾਲ ਇਹ ਵਾਲਾ ਜਿਹੜਾ ਰੀਜਨ ਹੈ ਇਸ ਤਰੀਕੇ ਨਾਲ ਇਹਨੂੰ ਐਕਸਪਲੇਨ ਕੀਤਾ ਜਾਂਦਾ ਹੈ। ਔਰ ਇਹਦੇ ਨਾਲ ਰਿਲੇਟਿਡ ਜਿਹੜਾ ਅਸੀਂ ਪੜ੍ਹਾਂਗੇ ਉਹ ਅਸੀਂ ਪੜ੍ਹਾਂਗੇ ਪ੍ਰਪੋਰਸ਼ਨਲ ਕਾਊਂਟਰ ਜਿਹੜਾ ਵਾ ਉਹ ਅਸੀਂ ਇਹਦੇ ਬਾਰੇ ਜਿਹੜਾ ਵਾ ਉਹ ਰੀਡ ਕਰਾਂਗੇ। ਤੋ ਨੈਕਸਟ ਜਿਹੜਾ ਰੀਜਨ ਹੈ ਵਿਚ ਦਿਸ ਇਜ਼ ਰੀਜਨ ਫੋਰਥ। ਰੀਜਨ ਫੋਰਥ ਦੇ ਵਿੱਚ ਕੀ ਹੁੰਦਾ, ਅਗਰ ਅਸੀਂ ਇਹਨੂੰ ਜ਼ਿਆਦਾ ਇਨਕਰੀਜ਼ ਕਰ ਦਈਏ ਹੈ ਨਾ, ਤਾਂ ਜਿਹੜੀ ਪਲਸ ਹਾਈਟ ਜਿਹੜੀ ਆ ਉਹ ਇਨਕਰੀਜ਼ ਕਰਦੀ ਆ ਵਿਦ ਵੋਲਟੇਜ, ਠੀਕ ਹੈ। ਬਟ ਉਹ ਇਨੀਸ਼ੀਅਲ ਆਇਨਾਈਜੇਸ਼ਨ ਦੇ ਪ੍ਰਪੋਰਸ਼ਨਲ ਨਹੀਂ ਰਹਿ ਜਾਂਦੀ। ਮਤਲਬ ਤੁਸੀਂ ਬਹੁਤ ਜ਼ਿਆਦਾ ਜਦੋਂ ਤੁਸੀਂ ਇਹਨੂੰ ਇਨਕਰੀਜ਼ ਕਰ ਦਿੰਦੇ ਹੋ ਅਤੇ ਇਨੀਸ਼ੀਅਲੀ ਉਹ ਕਿੰਨਾ ਆਇਨਾਈਜ਼ ਹੋਇਆ ਇਹਦੇ ਉੱਪਰ ਨਹੀਂ ਡਿਪੈਂਡੈਂਟ ਰਹਿ ਜਾਂਦਾ, ਕਿਉਂਕਿ ਕਿਉਂਕਿ ਕਾਈਨੈਟਿਕ એનર્ਜੀ ਇੰਨੀ ਜ਼ਿਆਦਾ ਤੁਸੀਂ ਪ੍ਰੋਵਾਈਡ ਕਰੀ ਗਈ ਕਿ ਅੱਗੇ ਤੇ ਅੱਗੇ ਆਇਨਾਈਜੇਸ਼ਨ ਹੋ ਹੀ ਗਈ। ਤਾਂ ਜਿਹੜੀ ਇਨੀਸ਼ੀਅਲ ਆਇਨਾਈਜੇਸ਼ਨ ਜਿਹਨੂੰ ਕਿ ਡਿਟੈਕਟ ਕਰਨ ਦੇ ਲਈ ਅਸੀਂ ਡਿਟੈਕਟਰ ਲਗਾਇਆ ਸੀਗਾ ਉਹ ਜਿਹੜੀ ਚੀਜ਼ ਹੈ ਉਹ ਕਹਿ ਲਓ ਵੀ ਉਹ ਸਾਨੂੰ ਪਤਾ ਨਹੀਂ ਲੱਗਦਾ ਪ੍ਰੋਪਰ ਕਿ ਇਨੀਸ਼ੀਅਲ ਆਇਨਾਈਜੇਸ਼ਨ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਮਿਲੀ ਹੈ ਸਾਨੂੰ। ਤਾਂ ਇਸ ਲਈ ਜਿਹੜਾ ਇਹ ਰੀਜਨ ਹੈ ਜਿਹੜਾ ਵਾ ਇਹ ਜ਼ਿਆਦਾ ਯੂਜ਼ ਦਾ ਨਹੀਂ ਹੈਗਾ, ਇਹਨੂੰ ਲਿਮਿਟਿਡ ਪ੍ਰਪੋਰਸ਼ਨੈਲਿਟੀ ਰੀਜਨ ਜਿਹੜਾ ਵਾ ਤਾਂ ਹੀ ਅਸੀਂ ਬੋਲਿਆ ਗਿਆ ਵਾ। ਸੋ ਦਿਸ ਰੀਜਨ 5 ਜਿਵੇਂ ਅਸੀਂ ਜ਼ਿਆਦਾ ਇਨਕਰੀਜ਼ ਕਰਦੇ ਅਪਲਾਈਡ ਵੋਲਟੇਜ, ਰੀਜਨ 5th ਜਿਹੜਾ ਉਹ ਸਾਡੇ ਕੋਲ ਆ ਜਾਂਦਾ ਹੈ ਜਿਹਦੇ ਵਿੱਚ ਕਿ ਪਲਸ ਹਾਈਟ ਬਹੁਤ ਜ਼ਿਆਦਾ ਲਾਰਜ ਹੈ, ਠੀਕ ਹੈ, ਔਰ ਆਲਮੋਸਟ ਇੰਡੀਪੈਂਡੈਂਟ ਹੈ ਇਨੀਸ਼ੀਅਲ ਆਇਨਾਈਜੇਸ਼ਨ ਦੇ ਉੱਪਰ ਡਿਪੈਂਡ ਕਰਦੀ ਹੀ ਨਹੀਂ ਹੈ, ਠੀਕ ਹੈ। ਔਰ ਸਾਰੇ ਜਿਹੜੇ ਪਾਰਟੀਕਲਸ ਨੇ ਹੈ ਨਾ ਉਹ ਸੇਮ ਹਾਈਟ ਜਿਹੜੀ ਨੇ ਉਹ ਦੇ ਦਿੰਦੇ ਨੇ ਇਰਰਿਸਪੈਕਟਿਵ ਆਫ ਦੇਅਰ એનર્ਜੀ ਔਰ ਇਨੀਸ਼ੀਅਲ ਆਇਨਾਈਜੇਸ਼ਨ। ਤਾਂ ਇਸ ਰੀਜਨ ਨੂੰ ਅਸੀਂ ਬੋਲਦੇ ਹਾਂ ਗੀਗਰ ਮੁਲਰ ਰੀਜਨ। ਇਹਦੇ ਨਾਲ ਜਿਹੜਾ ਤੁਸੀਂ ਐਸੋਸੀਏਟਿਡ ਡਿਟੈਕਟਰ ਜਿਹੜਾ ਤੁਸੀਂ ਪੜ੍ਹੋਗੇ ਜਿਹਨੂੰ ਜਿਹੜਾ ਕਿ ਇਸ ਰੀਜਨ ਦੇ ਵਿੱਚ ਆਪਰੇਟ ਹੁੰਦਾ ਇਹਨੂੰ ਅਸੀਂ ਗੀਗਰ ਮੁਲਰ ਕਾਊਂਟਰ ਜਿਹੜਾ ਵਾ ਉਹ ਬੋਲਾਂਗੇ। ਔਰ ਗੀਗਰ ਜਿਹੜਾ ਰੀਜਨ ਹੈ ਉਹ ਇੰਨਾ ਜ਼ਿਆਦਾ ਸੈਂਸਿਟਿਵ ਰੀਜਨ ਹੈ ਕਿ ਅਗਰ ਇਹਦੇ ਵਿੱਚ ਸਿੰਗਲ ਆਇਨ ਪੇਅਰ ਵੀ ਇਹਦੇ ਵਿੱਚ ਜਿਹੜਾ ਵਾ ਅਗਰ ਪ੍ਰੋਡਿਊਸ ਹੁੰਦਾ ਹੈ ਤੇ ਬਹੁਤ ਜ਼ਿਆਦਾ ਜਿਹੜੀ ਪਲਸ ਹੈਗੀ ਆ ਉਹ ਓਬਟੇਨ ਹੁੰਦੀ ਹੈ ਕਿਉਂਕਿ ਵੋਲਟੇਜ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ। ਔਰ ਐਟ ਦ ਐਂਡ ਆਫ ਰੀਜਨ 5 ਯਾਨੀ ਕਿ ਰੀਜਨ 6 ਜਿਹੜਾ ਹੈ ਇਹ ਅੱਗੇ ਕੰਟੀਨਿਊਸ ਡਿਸਚਾਰਜ ਰੀਜਨ ਹੋ ਜਾਂਦਾ ਹੈ, ਕਿਉਂਕਿ ਜਿੱਥੇ ਇੱਦਾਂ ਹੁੰਦਾ ਹੈ ਕਿ ਇੰਨੀ ਜ਼ਿਆਦਾ ਤੁਸੀਂ ਵੋਲਟੇਜ ਇਨਕਰੀਜ਼ ਕਰ ਦਿੱਤੀ ਹੈ ਕਿ ਮਲਟੀਪਲ ਪਲਸਿਸ ਜਿਹੜੀਆਂ ਨੇ ਉਹ ਸਾਨੂੰ ਓਬਟੇਨ ਹੋ ਹੀ ਜਾਣਗੀਆਂ, ਬਹੁਤ ਜ਼ਿਆਦਾ ਪਲਸਿਸ ਜਿਹੜੀਆਂ ਨੇ ਉਹ ਸਾਨੂੰ ਮਿਲਣਗੀਆਂ। ਤਾਂ ਇਸ ਕਾਰਨ ਜਿਹੜਾ ਵਾ ਉਹ ਜਿਹੜੇ ਰਿਜ਼ਲਟਸ ਨੇ ਸਾਡੇ ਉਹ ਐਬਸਰਡ ਆਉਣਗੇ। ਤਾਂ ਇਸ ਲਈ ਦਿਸ ਰੀਜਨ ਜਿਹੜਾ ਵਾ ਇਹ ਵੀ ਜਿਹੜਾ ਵਾ ਇਹ ਜ਼ਿਆਦਾ ਯੂਜ਼ ਦਾ ਰੀਜਨ ਨਹੀਂ ਹੈਗਾ। ਜਦੋਂ ਤੁਸੀਂ ਪ੍ਰੈਕਟੀਕਲ ਕਰੋਗੇ ਤਾਂ ਤੁਸੀਂ ਇਹ ਜਿਹੜੇ ਰੀਜਨਸ ਨੇ ਇਹ ਤੁਸੀਂ ਖੁਦ ਜਿਹੜੇ ਨੇ ਉਹ ਬਣਾਓਗੇ, ਦੈਨ ਯੂ ਵੁੱਡ ਬੀ ਮੋਰ ਫੈਮੀਲੀਅਰ ਵਿਦ ਦਿਸ।